ਕਹਿੰਦੇ ਬਾਬਾ ਸਾਹਿਬ ਨੇ ਪੜ੍ਹਨ ਦਾ ਸਾਨੂੰ ਹੱਕ ਦਿਵਾਇਆ, ਭੀਮ ਰਾਓ ਨੇ ਪੜ੍ਹਨ ਦਾ ਸਾਨੂੰ ਹੱਕ ਦਿਵਾਇਆ, ਵੋਟ ਪਾਉਣ ਦੇ ਸਾਨੂੰ ਉਹਨਾਂ ਕਾਬਿਲ ਬਣਾਇਆ। ਨਦੀ ਵਿੱਚੋਂ ਚੂਲੀ ਭਰ ਜਦ ਪਾਣੀ ਪੀਤਾ, ਫਿਰ ਜਾਤ ਪਾਤ ਦਾ ਭੇਦ ਉਹਨਾਂ ਨੇ ਖਤਮ ਸੀ ਕੀਤਾ। ਇਹ ਜਾਤ ਪਾਤ ਦਾ ਭੇਦ ਉਹਨਾਂ ਨੇ ਖਤਮ ਸੀ ਕੀਤਾ। ਹਾਂਜੀ, ਜੈ ਭੀਮ, ਜੈ ਭਾਰਤ। ਸਾਡੇ ਸਟੂਡੀਓ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸੋ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ, ਸੋ ਉਸੇ ਤਰ੍ਹਾਂ ਸਾਡੇ ਅੱਜ ਕੁਝ ਰਾਈਟਰ ਸਾਡੇ ਨਾਲ ਉਰੇ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਜੋ ਕਿ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਨੇ। ਸੋ ਅਸੀਂ ਉਹਨਾਂ ਦਾ ਸਟੂਡੀਓ ਵਿੱਚ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਤੇ ਤੁਸੀਂ ਵੀ ਮਿਲੋ ਸਾਡੇ ਰਾਈਟਰ ਪੰਛੀ ਡੱਲੇਵਾਲੀਆ ਜੀ ਨੂੰ। ਸਰ, ਜੈ ਭੀਮ ਜੀ। ਸਭ ਤੋਂ ਪਹਿਲਾਂ ਕ੍ਰਾਂਤੀ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਸਭ ਤੋਂ ਪਹਿਲਾਂ ਮੈਂ ਕ੍ਰਾਂਤੀ ਟੀਵੀ ਦੀ ਸਾਰੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਆਪਣੇ ਸਟੂਡੀਓ 'ਚ ਸੱਦ ਕੇ ਆਪਣੇ ਮਿੱਤਰਾਂ ਨਾਲ, ਸੱਜਣਾਂ ਨਾਲ, ਮਿਸ਼ਨਰੀ ਵੀਰਾਂ ਨਾਲ, ਭੈਣਾਂ ਨਾਲ, ਸਤਿਕਾਰਯੋਗ ਬਜ਼ੁਰਗਾਂ ਨਾਲ ਗੀਤਾਂ ਰਾਹੀਂ ਜਾਂ ਆਪਣੇ ਜੀਵਨ ਬਾਰੇ ਸਾਂਝ ਪਾਉਣ ਦੇ ਲਈ ਸੱਦਿਆ। ਸਭ ਤੋਂ ਪਹਿਲਾਂ ਮੈਂ ਮੇਰੇ ਬਹੁਤ ਹੀ ਸਤਿਕਾਰਯੋਗ ਛਿੰਦਾ ਕੌਲਧਾਰ ਜੀ, ਜਿਨ੍ਹਾਂ ਦੇ ਪਿਆਰ ਦਾ ਸਦਕਾ ਅੱਜ ਮੈਂ ਤੁਹਾਡੇ ਰੂਬਰੂ ਹੋ ਰਿਹਾ, ਔਰ ਸਾਰਿਆਂ ਨੂੰ ਜੈ ਭੀਮ, ਜੈ ਭਾਰਤ ਜੀ। ਹਾਂਜੀ ਸਰ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਸਾਡੇ ਰਹਿਬਰਾਂ ਦਾ ਮਿਸ਼ਨ ਹੈਗਾ, ਆਪਾਂ ਉਹਨੂੰ ਲੈ ਕੇ ਅੱਗੇ ਚੱਲ ਰਹੇ ਹਾਂ। ਆਪਣੇ ਰਹਿਬਰਾਂ ਦੇ ਮਿਸ਼ਨ ਦੀ ਜਾਣਕਾਰੀ ਜਿਹੜੇ ਹੈਗੇ ਅਸੀਂ ਆਉਣ ਵਾਲੀ ਪੀੜ੍ਹੀ 'ਚ ਸਾਡੇ ਬੱਚੇ ਨੇ ਅਸੀਂ ਉਹਨਾਂ ਨੂੰ ਦੇ ਰਹੇ ਹਾਂ, ਜਾਂ ਆਪਣੇ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਸਾਡੇ ਰਹਿਬਰਾਂ ਨੇ ਸਾਡੇ ਲਈ ਕੀ ਕੀਤਾ ਜਾਂ ਆਪਣੇ ਇਸ ਬਹੁਜਨ ਸਮਾਜ ਦੇ ਲਈ ਕੀ ਕੀਤਾ। ਸੋ ਤੁਸੀਂ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਜਿਹੜਾ ਮਿਸ਼ਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਆ, ਇਹ ਤੁਸੀਂ ਕਿਸ ਤਰ੍ਹਾਂ ਕੀਤੀ? ਦੇਖੋ, ਗੁਰੂ ਰਵਿਦਾਸ ਮਹਾਰਾਜ ਦਾ ਮਿਸ਼ਨ ਔਰ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦਾ ਮਿਸ਼ਨ ਜਿਹੜਾ ਇੱਕ ਆ, ਕਿਉਂਕਿ ਸਾਡੇ ਲੋਕ ਜਿਹੜੇ ਆ ਉਹ ਮਿਸ਼ਨ ਤੋਂ ਕੋਹਾਂ ਦੂਰ ਸੀ ਜੀ। ਪਰ ਜਿੱਦਾਂ ਜਿੱਦਾਂ ਜਾਗਰਤੀ ਆਉਂਦੀ ਰਹੀ, ਜਿੱਦਾਂ ਜਿੱਦਾਂ ਸਾਡੇ ਬੱਚੇ ਜਿਹੜੇ ਆ ਪੀੜ੍ਹੀ ਦਰ ਪੀੜ੍ਹੀ ਜਿਹੜੇ ਉਹ ਪੜ੍ਹਦੇ ਰਹੇ ਆ, ਉਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਵਿੱਚ ਜਾਗਰਤੀ ਆਈ ਆ। ਔਰ ਮੈਨੂੰ ਯਾਦ ਆ ਕਿ ਸੰਨ 1981-82 ਦੇ ਵਿੱਚ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦਾ ਮਿਸ਼ਨ ਲੈ ਕੇ ਸਾਹਿਬ ਕਾਂਸ਼ੀ ਰਾਮ ਜੀ ਚੱਲੇ ਆ, ਔਰ ਉਦੋਂ ਮੈਂ 22 ਸਾਲ ਦਾ ਸੀ। ਔਰ ਮੈਨੂੰ ਵੀ ਚੇਟਕ ਲੱਗੀ ਮਾਨਯੋਗ ਲੀਡਰ ਸਾਹਿਬਾਨਾਂ ਤੋਂ, ਔਰ ਸਾਹਿਬ ਕਾਂਸ਼ੀ ਰਾਮ ਦੇ ਨਾਲ ਅਸੀਂ ਕਾਫੀ ਸੰਘਰਸ਼ ਕੀਤਾ, ਜਿਹੜਾ ਕਿ ਅੱਜ ਰੰਗ ਦਿਖਾ ਰਿਹਾ। ਔਰ ਸਾਡੀ ਕੌਮ ਦੇ ਲੋਕ ਜਿਹੜੇ ਅੱਜ ਪੜ੍ਹ ਲਿਖ ਗਏ ਆ, ਵਿਦਵਾਨ ਬਣ ਗਏ ਆ, ਡਾਕਟਰ ਬਣ ਗਏ ਆ, ਕਵੀ ਬਣ ਗਏ ਆ। ਔਰ ਮੈਂ ਸਾਰੇ ਹੀ ਸਤਿਕਾਰਯੋਗ ਭੈਣਾਂ ਨੂੰ, ਵੀਰਾਂ ਨੂੰ, ਬਜ਼ੁਰਗਾਂ ਨੂੰ ਇਹੀ ਅਪੀਲ ਕਰਦਾ ਕਿ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦਾ ਮਿਸ਼ਨ ਜਿਹੜਾ, ਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨ ਜਿਹੜਾ, ਔਰ ਸਾਹਿਬ ਕਾਂਸ਼ੀ ਰਾਮ ਜੀ ਦਾ ਮਿਸ਼ਨ ਜਿਹੜਾ, ਆਪਾਂ ਉਹਨਾਂ ਨੂੰ ਪਿੱਛੇ ਨਹੀਂ ਜਾਣ ਦੇਣਾ, ਅੱਗੇ ਲੈ ਕੇ ਜਾਣ ਦੇਣਾ। ਇਹੀ ਮੇਰਾ ਜਿਹੜਾ ਮਿਸ਼ਨ ਹੈ ਕਿ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦਾ ਮਿਸ਼ਨ ਔਰ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਵਾਂ, ਮੇਰੀ ਇਹੋ ਜਿਹੜੀ ਹੈ ਦਿਲੀ ਤਮੰਨਾ ਹੈ ਜੀ। ਜੀ ਹਾਂਜੀ ਸੋ ਸਰ, ਸਾਨੂੰ ਇਹ ਦੱਸੋ ਕਿ ਜਿਹੜਾ ਮਿਸ਼ਨ ਚੱਲ ਰਿਹਾ, ਆਪਣੇ ਰਹਿਬਰਾਂ ਦਾ ਮਿਸ਼ਨ ਹੈ, ਇਸ ਵਿੱਚ ਤੁਸੀਂ ਆਪਣਾ ਕੀ ਯੋਗਦਾਨ ਪਾਇਆ? ਦੇਖੋ, ਮੈਂ 10ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਅਤੇ ਮੇਰੇ ਸੰਗੀਤ ਦੀ ਚੇਟਕ ਜਿਹੜੀ ਹੈ ਮੈਨੂੰ ਆਪਣੇ ਘਰ ਤੋਂ ਲੱਗੀ ਆ। ਮੇਰੇ ਫਾਦਰ ਸਾਹਿਬ ਇੱਕ ਵਿਸ਼ਵ ਪ੍ਰਸਿੱਧ ਦੇ ਢਾਡੀ ਹੋਇਆ, ਸਤਿਕਾਰਯੋਗ ਗਿਆਨੀ ਲਾਲ ਸਿੰਘ ਜੀ ਢਾਡੀ, ਕਿਉਂਕਿ ਮੇਰੇ ਪੂਰੇ ਪਰਿਵਾਰ ਦੇ ਵਿੱਚ 4 ਮੈਂਬਰ ਜਿਹੜੇ ਆ ਉਹ ਢਾਡੀ ਪਰਿਵਾਰ ਦੇ ਸੀ। ਮੇਰੇ ਤਾਇਆ ਜੀ ਔਰ 2 ਮੇਰੇ ਚਾਚਾ ਜੀ, ਗਿਆਨੀ ਗੁਰਦੇਵ ਸਿੰਘ ਜੀ, ਗੁਰਨਾਮ ਸਿੰਘ ਜੀ, ਔਰ ਮੇਰੇ ਫਾਦਰ ਸਾਹਿਬ ਸਤਿਕਾਰਯੋਗ ਗਿਆਨੀ ਲਾਲ ਸਿੰਘ ਜੀ ਔਰ ਗਿਆਨੀ ਪ੍ਰੀਤਮ ਸਿੰਘ ਜੀ। ਕਿਉਂਕਿ ਉਹਨਾਂ ਤੋਂ ਮੈਂ ਨਿੱਕਾ ਹੁੰਦਾ ਹੀ ਸੁਣਦਾ ਸੀ, ਔਰ ਮੇਰੀ ਰੁਚੀ ਜਿਹੜੀ ਆ ਉਹ ਧਾਰਮਿਕ ਔਰ ਸਮਾਜਿਕ ਕ੍ਰਾਂਤੀ ਵੱਲ ਜਿਹੜੀ ਹੈ ਉਹਨਾਂ ਨੂੰ ਦੇਖ ਦੇਖ ਕੇ ਹੋਈ ਹੈ। ਔਰ ਮੈਂ ਬਾਬਾ ਸਾਹਿਬ ਨੂੰ ਔਰ ਗੁਰੂ ਰਵਿਦਾਸ ਮਹਾਰਾਜ ਨੂੰ ਔਰ ਕਬੀਰ ਸਾਹਿਬ ਜੀ ਨੂੰ, ਨਾਮਦੇਵ ਜੀ ਨੂੰ, ਤਰਲੋਚਨ ਜੀ ਨੂੰ, ਗੁਰੂ ਨਾਨਕ ਮਹਾਰਾਜ ਜੀ ਨੂੰ, ਸਾਰਿਆਂ ਦੀ ਸਟੱਡੀ ਕੀਤੀ ਆ। ਔਰ ਮੈਂ ਅੱਜ ਤੱਕ ਜਿੰਨਾ ਲਿਖਿਆ, ਪੰਜਾਬੀ ਗੀਤ ਵੀ ਵੈਸੇ ਮੈਂ ਕਾਫੀ ਲਿਖੇ ਆ, ਪਰ ਅੱਜ ਜਿਹੜੇ ਮੇਰੇ ਹਿੱਟ ਗੀਤ ਹੋਏ ਆ ਉਹ ਜਿਹੜੇ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਔਰ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦੇ ਔਰ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਜੀ ਦੇ ਹੋਏ ਆ। ਅਤੇ ਮੇਰਾ ਵੀ ਗਾਹਾਂ ਮਿਸ਼ਨ ਹੈ ਕਿ ਮੈਂ ਇਹਨਾਂ 'ਤੇ ਹੀ, ਇਸ ਮੈਟਰ 'ਤੇ ਜਿਹੜਾ ਉਹ ਪਹਿਰਾ ਦੇਵਾਂ। ਜੀ ਬਿਲਕੁਲ ਸਰ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਰਾਈਟਰ ਹੁੰਦੇ ਨੇ, ਅੱਜ ਹਰ ਇੱਕ ਇਨਸਾਨ ਇਹ ਕਹਿੰਦਾ ਕਿ ਜੋ ਇੱਕ ਰਾਈਟਰ ਹੁੰਦਾ ਜਿਹੜਾ ਉਹਦਾ ਇੱਕ ਵਰਡ ਵੀ ਜਿਹੜਾ ਉਹਦਾ ਇੱਕ ਸ਼ਬਦ ਹੁੰਦਾ ਉਹ ਵੀ ਬਹੁਤ ਜ਼ਿਆਦਾ ਅਨਮੋਲ ਹੁੰਦਾ ਹੈ ਨਾ। ਸੋ ਤੁਸੀਂ ਸਾਨੂੰ ਇਹ ਗੱਲ ਦੱਸੋ ਕਿ ਜਦੋਂ ਤੁਸੀਂ ਲਿਖਣਾ ਸਟਾਰਟ ਕੀਤਾ ਸੀ ਤਾਂ ਤੁਸੀਂ ਸਭ ਤੋਂ ਪਹਿਲਾਂ ਕਿਸ ਟੌਪਿਕ 'ਤੇ ਜਿਹੜਾ ਆਪਣਾ ਗੀਤ ਜਿਹੜਾ ਲਿਖਿਆ ਸੀ? ਦੇਖੋ, ਲਿਖਣਾ ਤਾਂ ਵੈਸੇ ਮੈਂ ਪਹਿਲਾਂ ਪੰਜਾਬੀ ਗੀਤ ਜਿਹੜੇ ਲਿਖਦੇ ਸੀ, ਉਦੋਂ ਮਾਹੌਲ ਹੀ ਇੱਦਾਂ ਦਾ ਹੁੰਦਾ ਸੀ। ਬਾਬਾ ਸਾਹਿਬ ਦੇ ਮਿਸ਼ਨ ਨੂੰ ਪੰਜਾਬ ਦੇ ਵਿੱਚ ਬੜੇ ਲੋਕ ਘੱਟ ਜਾਣਦੇ ਸੀ। ਜੀ।
ਔਰ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਵੀ ਲੋਕੀ ਘੱਟ ਜਾਣਦੇ ਸੀ ਔਰ ਨਗਰ ਕੀਰਤਨ ਜਿਹੜੇ ਬੜੇ ਘੱਟ ਨਿਕਲਦੇ ਹੁੰਦੇ ਸੀ। ਔਰ ਜਿੱਦਾਂ ਜਿੱਦਾਂ ਡਿਵੈਲਪ ਹੋਈ, ਮੈਂ ਪੰਜਾਬੀ ਗੀਤ ਵੀ ਕਾਫੀ ਪਹਿਲਾਂ ਲਿਖੇ ਆ, ਕਾਫੀ ਮੇਰੇ ਸਤਿਕਾਰਯੋਗ ਕਲਾਕਾਰ ਭਰਾਵਾਂ ਨੇ ਗਾਏ ਆ। ਔਰ ਉਸ ਤੋਂ ਬਾਅਦ ਇੱਕਦਮ ਮੈਂ ਮੋੜ ਕੱਟਿਆ ਕਿ ਇੱਕਦਮ ਮੈਂ ਗੁਰੂ ਰਵਿਦਾਸ ਮਹਾਰਾਜ ਜੀ ਔਰ ਬਾਬਾ ਸਾਹਿਬ ਜੀ ਦੀ ਸਟੱਡੀ ਕਰਕੇ, ਉਹਨਾਂ ਨੂੰ ਪੜ੍ਹ ਕੇ, ਔਰ ਗੁਰੂ ਰਵਿਦਾਸ ਮਹਾਰਾਜ ਜੀ ਔਰ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ, ਭਗਵਾਨ ਰਿਸ਼ੀ ਵਾਲਮੀਕ ਮਹਾਰਾਜ ਜੀ ਨੂੰ ਫਿਰ ਮੈਂ ਲਿਖਣਾ ਸ਼ੁਰੂ ਕੀਤਾ, ਜੋ ਕਿ ਅੱਜ ਤੱਕ ਨਿਰੰਤਰ ਜਾਰੀ ਹੈ ਜੀ ਮੇਰਾ। ਜੀ ਬਿਲਕੁਲ। ਸੋ ਸਰ, ਤੁਸੀਂ ਜੋ ਆਪਣੀ ਕਲਮ ਤੋਂ ਕੁਝ ਲਿਖੇ ਨੇ, ਕੋਈ ਸਾਨੂੰ ਕੋਈ ਇੱਦਾਂ ਦੀ ਕਵਿਤਾ ਜਾਂ ਕੋਈ ਸੌਂਗ ਸੁਣਾਓ। ਹਾਂ ਜੀ, ਕਿਉਂਕਿ ਕਾਫੀ ਕਲਾਕਾਰਾਂ ਨੇ ਮੈਨੂੰ ਗਾਇਆ, ਜੀ ਵੈਸੇ ਪੂਰਾ ਤਾਂ ਯਾਦ ਨਹੀਂ, ਮੇਰਾ ਖਿਆਲ ਹੈ ਕਿ 150 ਕਲਾਕਾਰ ਨੇ ਜੀ ਮੇਰੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਫਿਰੋਜ਼ ਖਾਨ ਜੀ, ਜਿਨ੍ਹਾਂ ਦਾ ਤੁਸੀਂ ਅੱਜ ਕੱਲ੍ਹ ਗੀਤ ਸੁਣਦੇ ਹੋ, ਕੰਛੀ ਵਾਲਿਆ ਦਰਸ਼ਦ ਖਾਜਾ, ਕਦੋਂ ਦਾ ਮੇਰਾ ਮਨ ਲੋਚਦਾ, ਜੋ ਕਿ ਸੁਪ੍ਰਸਿੱਧ ਹੋਇਆ। ਔਰ ਉਹਨਾਂ ਦੇ ਨਾਲ ਹੀ ਮਨੀਮਾਨ ਅਰਦਾਸ, ਮੇਰੇ ਗੁਰੂ ਰਵਿਦਾਸ ਮੇਰੀ ਸੁਣੋ ਅਰਦਾਸ, ਮੇਰੇ ਦੁੱਖਾਂ ਤੇ ਕਲੇਸ਼ਾਂ ਵਾਲਾ ਕਰ ਦਿਓ ਨਾਸ਼, ਲਖਵਿੰਦਰ ਲੱਕੀ ਜੀ, ਔਰ ਉਹਨਾਂ ਨੇ ਮੇਰਾ ਗੀਤ ਗਾਇਆ ਸੀ, ਜਿੱਥੇ ਜਿੱਥੇ ਲੱਗੇ ਤੇਰੇ ਪੱਬ ਕੰਛੀ ਵਾਲਿਆ, ਉੱਥੇ ਉੱਥੇ ਜਾ ਕੇ ਕਰਾਂ ਹੱਜ ਕੰਛੀ ਵਾਲਿਆ। ਔਰ ਇਹਨਾਂ ਦੇ ਨਾਲ ਹੀ ਮੇਰਾ ਬਹੁਤ ਹੀ ਸਤਿਕਾਰਯੋਗ ਵੀਰ ਗੁਰਬਖਸ਼ ਸ਼ੌਂਕੀ ਜੀ, ਉਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਤੇ ਮੇਰਾ ਸ਼ਬਦ ਜਿਹੜਾ ਉਹ ਗਾਇਆ, ਜੋ ਕਿ ਸੁਪ੍ਰਸਿੱਧ ਹੋਇਆ। ਔਰ ਉਹਨਾਂ ਦੇ ਨਾਲ ਹੀ ਗਿੱਲ ਸਿਸਟਰ ਜੀ ਔਰ ਜੀਮਨ ਕੌਰ ਜੀ, ਨੀਲਮ ਠੱਕਰਵਾਲ ਜੀ, ਔਰ ਉਹਨਾਂ ਤੋਂ ਇਲਾਵਾ ਇੰਗਲੈਂਡ ਦੇ ਕਲਾਕਾਰ ਹੋਏ, ਪਲਵਿੰਦਰ ਧਾਮੀ ਜੀ ਹੋਇਆ, ਮੰਗੀ ਮਾਲ ਜੀ ਹੋਏ। ਮੇਰਾ ਖਿਆਲ ਹੈ ਕਿ 250-300 ਕਲਾਕਾਰਾਂ ਨੇ ਮੇਰਾ ਜਿਹੜਾ ਅੱਜ ਤੱਕ ਗੀਤ ਆ ਉਹ ਧਾਰਮਿਕ ਔਰ ਪੰਜਾਬੀ ਗਾਏ ਆ। ਔਰ ਮੈਂ ਸਾਰੇ ਕਲਾਕਾਰਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਕਲਮ ਨੂੰ ਮੇਰੇ ਸਰੋਤਿਆਂ ਤੱਕ ਔਰ ਮੇਰੇ ਸਮਾਜ ਤੱਕ ਪਹੁੰਚਾਇਆ। ਜੀ ਬਿਲਕੁਲ। ਸੋ ਸਰ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਲੋਕ ਹੈਗੇ ਅੱਜ ਕੱਲ੍ਹ ਬਾਬਾ ਸਾਹਿਬ ਦੇ ਨਾਮ ਨੂੰ ਲੈ ਕੇ ਬਹੁਤ ਚੱਲ ਰਹੇ ਨੇ ਕਿ ਅਸੀਂ ਰਾਬਰਾਂ ਦੇ ਮਿਸ਼ਨ ਨੂੰ ਅੱਗੇ ਵਧਾ ਰਹੇ ਹਾਂ, ਜਾਂ ਫਿਰ ਬਾਬਾ ਸਾਹਿਬ ਦਾ ਜਿਹੜਾ ਕਾਫਲਾ ਉਹ ਲੈ ਕੇ ਚੱਲੇ ਸੀ, ਅਸੀਂ ਉਸ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਪਰ ਕਿਤੇ ਨਾ ਕਿਤੇ ਆਪਾਂ ਜੇ ਦੇਖੀਏ ਕਿ ਜਿਹੜੇ ਉਹ ਲੋਕ ਹੈਗੇ ਨੇ ਉਹ ਇਸ ਮਿਸ਼ਨ ਨੂੰ ਅੱਗੇ ਤਾਂ ਲਿਜਾ ਰਹੇ ਨੇ, ਪਰ ਵਿੱਚੋਂ ਕੋਈ ਗਰਦਾਰੀ ਵੀ ਕਰ ਰਹੇ ਨੇ, ਜਾਂ ਫਿਰ ਉਹਨਾਂ ਆਪਣਾ ਫਾਇਦਾ ਜਿਹੜਾ ਹੈਗਾ ਨੇ ਸੋਚ ਰਹੇ ਨੇ। ਹਾਂ ਜੀ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਕਿ ਬਾਬਾ ਸਾਹਿਬ ਦੇ ਮਿਸ਼ਨ ਨੂੰ ਪਿਆਰ ਕਰਨ ਵਾਲੇ ਬਹੁਤ ਦੁਨੀਆ ਆ ਜੀ, ਪਰ ਉਹਨਾਂ ਵਿੱਚੋਂ ਕੁਝ ਗਦਾਰ ਵੀ ਹੁੰਦੇ ਆ। ਕਿਉਂਕਿ ਜੇ ਕਣਕ ਦੇਖੀਏ, ਕਣਕ ਦੇ ਵਿੱਚ ਕਾਂਗਾਰੀ ਵੀ ਹੁੰਦੀ ਹੈ, ਕਿਉਂਕਿ ਲੀਡਰ ਵੀ ਗਦਾਰੀ ਕਰਦੇ ਆ। ਵੈਸੇ ਮੈਂ ਤਾਂ ਕਹਿੰਦਾ ਹੁੰਦਾ ਕਿ ਸਾਹਿਬ ਕਾਂਸ਼ੀ ਰਾਮ ਜੀ ਦਾ ਅਸੀਂ ਦੇਣਾ ਨਹੀਂ ਦੇ ਸਕਦੇ, ਜਿਨ੍ਹਾਂ ਨੇ ਸਾਨੂੰ ਅੱਜ ਇਸ ਪਲੇਟਫਾਰਮ 'ਤੇ ਲੈ ਕੇ ਆਂਦਾ। ਪਰ ਕਈ ਲੀਡਰਾਂ ਨੇ ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਦੇ ਨਾਲ ਵੀ ਗਦਾਰੀ ਕੀਤੀ ਆ। ਅਕਸਰ ਮੈਂ ਕਹਿੰਦਾ ਹੁੰਦਾ ਕਿ ਬਾਬਾ ਸਾਹਿਬ ਨੂੰ ਆਪਾਂ ਸਾਰੇ ਰੋਜ਼ ਧਿਆਉਂਦੇ ਹਾਂ, ਅਤੇ ਮੈਡਮ ਜੀ ਇੱਕ ਮੈਂ ਲਿਖਿਆ ਸੀਗਾ ਕਿ ਦਿਨ ਰਾਤੀ ਬਾਬਾ ਸਾਹਿਬ ਸਾਹਿਬ ਜਪਦੇ, ਦਿਨ ਰਾਤੀ ਬਾਬਾ ਸਾਹਿਬ ਸਾਹਿਬ ਜਪਦੇ, 5 ਸਾਲਾਂ ਪਿੱਛੋਂ ਅਸੀਂ ਭੌਂ ਜਾਂਦੇ ਹਾਂ, ਇੱਦਾਂ ਤਾਂ ਗੁਲਾਮੀ ਸਾਡੀ ਨਹੀਂ ਓ ਟੁੱਟਣੀ, ਉਹ ਵੋਟਾਂ ਵੇਲੇ ਦੱਸੋ ਕਿੱਥੇ ਸੌਂ ਜਾਂਦੇ ਹਾਂ। ਇੱਦਾਂ ਤਾਂ ਗੁਲਾਮੀ ਸਾਡੀ ਨਹੀਂ ਓ ਟੁੱਟਣੀ, ਵੋਟਾਂ ਵੇਲੇ ਦੱਸੋ ਕਿੱਥੇ ਸੌਂ ਜਾਂਦੇ ਹਾਂ। ਉਹ ਬੋਤਲਾਂ ਰੁਪਈਆਂ ਪਿੱਛੇ ਲਾਲਚ 'ਚ ਪੈਂਦੇ ਜੀ, ਬੋਤਲਾਂ ਰੁਪਈਆਂ ਪਿੱਛੇ ਲਾਲਚ 'ਚ ਪੈਂਦੇ ਆ। ਉਹ ਜੈ ਭੀਮ ਦੱਸੋ ਕਿਹੜੇ ਮੂੰਹ ਨਾਲ ਕਹਿੰਦੇ, ਬੋਤਲਾਂ ਰੁਪਈਆਂ ਪਿੱਛੇ ਲਾਲਚ 'ਚ ਪੈਂਦੇ ਆ। ਉਹ ਜੈ ਭੀਮ ਦੱਸੋ ਕਿਹੜੇ ਮੂੰਹ ਨਾਲ ਕਹਿੰਦੇ ਆ। ਮਨੂ ਗਿਆ ਜਿਹੜੇ ਬੀਜ ਨੂੰ ਖਿਲਾਰ ਕੇ, ਮੱਲੋ ਮੱਲੀ ਅਸੀਂ ਉਹਨੂੰ ਬੋ ਜਾਂਦੇ ਆ। ਇੱਦਾਂ ਦਾ ਗੁਲਾਮੀ ਸਾਡੀ ਨਹੀਂ ਟੁੱਟਣੀ, ਉਹ ਵੋਟਾਂ ਵੇਲੇ ਦੱਸੋ ਕਿੱਥੇ ਸੌਂ ਜਾਂਦੇ ਆ। ਕਿਉਂਕਿ ਸਾਡੇ ਸਮਾਜ ਦੇ ਵਿੱਚ ਹਜੇ ਵੀ ਜਿਹੜਾ ਉਹ ਲਾਲਚੀ ਸਮਾਜ ਜਿਹੜਾ ਕਾਫੀ ਜਿਹੜਾ ਉਹ ਬੈਠਾ ਆ, ਜਿਹੜਾ ਕਿ 5 ਸਾਲਾਂ ਬਾਅਦ ਸ਼ਰਾਬ ਦੀ ਬੋਤਲ ਪਿੱਛੇ ਜਾਂ 200, 400, 500 ਦੇ ਰੁਪਏ ਪਿੱਛੇ ਆਪਣੀ ਵੋਟ ਦੇ ਦਿੰਦੇ ਆ। ਔਰ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਨੇ ਕਿਹਾ ਸੀਗਾ ਕਿ ਜਿਹੜਾ ਵੋਟ ਵੇਚਦਾ ਇਨਸਾਨ ਆ, ਜੇ ਉਹਨੇ ਆਪਣੀ ਵੋਟ ਵੇਚ ਦਿੱਤੀ ਤੇ ਉਹਨੇ ਆਪਣੀ ਧੀ ਜਾਂ ਆਪਣੀ ਭੈਣ ਵੇਚ ਦਿੱਤੀ। ਤੇ ਇਸ ਲਈ ਸਾਨੂੰ ਮਿਸ਼ਨ ਦੇ ਨਾਲ ਬੱਝੇ ਰਹਿਣਾ ਚਾਹੀਦਾ ਔਰ ਲਾਲਚ ਦੇ ਵਿੱਚ ਨਹੀਂ ਪਏ ਰਹਿਣਾ ਚਾਹੀਦਾ। ਜੀ ਬਿਲਕੁਲ। ਸੋ ਅਸੀਂ ਵੀ ਤੁਹਾਨੂੰ ਇਹੀ ਗੱਲ ਕਹਿੰਦੇ ਆ ਕਿ ਜਿਹੜਾ ਮਿਸ਼ਨ ਆਪਣਾ ਬਾਬਾ ਸਾਹਿਬ ਦਾ ਚੱਲ ਰਿਹਾ, ਇਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੋ, ਕਿਉਂਕਿ ਜੇਕਰ ਅਸੀਂ ਇਮਾਨਦਾਰੀ ਨਾਲ ਆਪਣੇ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾਵਾਂਗੇ, ਅਸੀਂ ਇੰਨੀਆਂ ਕੁ ਉਚਾਈਆਂ ਤੇ ਪਹੁੰਚ ਜਾਵਾਂਗੇ ਕਿ ਮੁੜ ਕੇ ਸਾਨੂੰ ਥੱਲੇ ਦੇਖਣ ਦੀ ਲੋੜ ਨਹੀਂ ਪਏਗੀ ਕਿ ਸਾਨੂੰ ਪਿਛਲੇ ਸਮਿਆਂ ਵਿੱਚ ਸਾਡਾ ਕੀ ਹਾਲ ਹੁੰਦਾ ਸੀ ਜਾਂ ਕਿਸ ਤਰੀਕੇ ਨਾਲ ਸਾਨੂੰ ਲਤਾੜ ਕੇ ਰੱਖਿਆ ਜਾਂਦਾ ਸੀ। ਸੋ ਸਰ, ਤੁਸੀਂ ਸਾਨੂੰ ਇਹ ਗੱਲ ਦੱਸੋ ਕਿ ਜਦੋਂ ਤੁਸੀਂ ਰਾਈਟਰ ਬਣੇ ਤਾਂ ਕਿੰਨਾ ਤੁਹਾਡਾ ਇਸ ਵਿੱਚ ਸਾਡਾ ਸਹਿਯੋਗ ਕੀਤਾ? ਸਹਿਯੋਗ ਦੀ ਗੱਲ ਹੈ ਕਿ ਕਿਸੇ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਜਿੰਨੇ ਵੀ ਡੇਰੇ ਬਣੇ ਪੰਜਾਬ ਦੇ ਵਿੱਚ, ਕਿਸੇ ਵੀ ਡੇਰੇ ਨੇ ਮੈਨੂੰ ਅੱਜ ਤੱਕ ਨਹੀਂ ਪੁੱਛਿਆ, ਕਿਉਂਕਿ ਸਭ ਤੋਂ ਜ਼ਿਆਦਾ ਮੈਟਰ ਜਿਹੜਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਔਰ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦਾ ਮੇਰਾ ਰਿਕਾਰਡ ਹੋਇਆ। ਔਰ ਮੇਰੇ ਤੋਂ ਸਤਿਕਾਰਯੋਗ ਸਾਥੀਆਂ ਦੇ ਵੀ ਕਾਫੀ ਗੀਤ ਰਿਕਾਰਡ ਹੋਇਆ, ਮੇਰੇ ਤੋਂ ਸੀਨੀਅਰ ਆ ਉਹਨਾਂ ਦੇ ਵੀ ਹੋਏ ਆ, ਪਰ ਪਾਪੂਲਰ ਜਿਹੜੇ ਆ ਅੱਜ ਜਿਹੜੇ ਮੇਰੇ ਕਾਫੀ ਗੀਤ ਹੋਏ ਆ। ਔਰ ਕਿਸੇ ਵੀ ਜਥੇਬੰਦੀ ਨੇ ਅੱਜ ਤੱਕ ਮੇਰਾ ਕੋਈ ਸਹਿਯੋਗ ਨਹੀਂ ਕੀਤਾ। ਔਰ ਕੁਝ ਮੇਰੇ ਸਾਥੀ ਸਤਿਕਾਰਯੋਗ ਆ ਜਿਨ੍ਹਾਂ ਨੇ ਮੈਨੂੰ ਸਮੇਂ-ਸਮੇਂ 'ਤੇ ਆਰਥਿਕ ਸਹਾਇਤਾ ਜਿਹੜੀ ਮੇਰੀ ਉਹਨਾਂ ਨੇ ਕੀਤੀ ਆ। ਮੇਰੇ ਸਤਿਕਾਰਯੋਗ ਗੁਲਜ਼ਾਰ ਲਾਹੌਰੀਆ ਜੀ ਜਿਹੜੇ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਆ, ਔਰ ਉਹਨਾਂ ਦੇ ਨਾਲ ਜੱਸੀ ਬੰਗਾ ਜੀ ਪ੍ਰਮੋਟਰ ਸਾਹਿਬ
ਜਿਹੜੇ ਕਿ ਉਹ ਵੀ ਮੇਰੇ ਬੜੇ ਦੋਸਤ ਆ, ਮੇਰੇ ਬੜੇ ਪਿਆਰੇ ਆ, ਔਰ ਉਹਨਾਂ ਦੇ ਨਾਲ ਹੀ ਮੇਰਾ ਬਹੁਤ ਹੀ ਸਤਿਕਾਰਯੋਗ, ਬਹੁਤ ਅੱਛਾ ਰਾਈਟਰ ਰਾਜਾ ਖੇਲਾ ਜੀ ਕੈਨੇਡਾ, ਉਹ ਵੀ ਮੇਰੇ ਬੜੇ ਸਤਿਕਾਰਯੋਗ ਵੀਰ ਆ। ਔਰ ਉਹਨਾਂ ਦੇ ਨਾਲ ਸ਼ਾਮ ਪੰਡੋਰੀ ਵਾਲਾ ਜੀ ਬੜਾ ਅੱਛਾ ਗਾਇਕ ਆ, ਉਹਨਾਂ ਨੇ ਵੀ ਮੇਰਾ ਸਮੇਂ ਦੇ ਵਿੱਚ ਕਾਫੀ ਸਹਿਯੋਗ ਗਾਉਣ ਦੇ ਵਿੱਚ ਔਰ ਲਿਖਣ ਦੇ ਵਿੱਚ ਦਿੱਤਾ। ਤੇ ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਕੁਲਵੰਤ ਰਾਮ ਜੀ ਭਰੋ ਮਜਾਰੇ ਵਾਲੇ, ਉਹਨਾਂ ਨੇ ਸਮੇਂ ਦੇ ਵਿੱਚ ਮੇਰਾ ਆਰਥਿਕ ਸਹਿਯੋਗ ਵੀ ਦਿੱਤਾ ਔਰ ਮੈਨੂੰ ਹੱਲਾਸ਼ੇਰੀ ਵੀ ਦਿੱਤੀ ਹੈ ਕਿ ਪੰਛੀ ਸਾਹਿਬ ਤੁਸੀਂ ਲਿਖਦੇ ਵਧੀਆ ਔਰ ਤੁਸੀਂ ਕੌਮ ਦੇ ਹੀਰੇ ਹੋ ਔਰ ਤੁਸੀਂ ਸਮਾਜ ਲਈ ਲਿਖੋ, ਸਾਰਾ ਸਮਾਜ ਤੁਹਾਡੇ ਨਾਲ ਖੜਾ। ਪਰ ਮੈਨੂੰ ਇੱਕ ਗਿਲਾ ਜ਼ਰੂਰ ਹੈ, ਔਰ ਜਿੰਨੇ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਡੇਰੇ ਆ, ਉਹਨਾਂ ਨੇ ਇੱਕ ਵੀ ਡੇਰੇ ਨੇ ਸਾਡੀ ਕਦੀ ਆਰਥਿਕ ਸਹਾਇਤਾ ਨਹੀਂ ਕੀਤੀ ਔਰ ਨਾ ਹੀ ਸਾਨੂੰ ਪੁੱਛਿਆ। ਲੋਕਡਾਊਨ ਹੋਇਆ 6-7 ਮਹੀਨੇ ਰਿਹਾ, ਔਰ ਜਿਨ੍ਹਾਂ ਡੇਰਿਆਂ ਦੇ ਸਾਡੇ ਕੋਲ ਟੈਲੀਫੋਨ ਨੰਬਰ ਸੀ ਔਰ ਉਹ ਸਾਰੇ ਦੇ ਸਾਰੇ ਨੰਬਰ ਜਿਹੜੇ ਆ ਉਹ ਬੰਦ ਪਏ ਆ। ਔਰ ਜਦੋਂ ਅਸੀਂ ਸਟੇਜਾਂ 'ਤੇ ਜਾਂਦੇ ਆ, ਉਹੀ ਮਹਾਂਪੁਰਸ਼, ਉਹੀ ਜਿਹੜੇ ਲੋਕ ਆ ਉਹ ਸਾਨੂੰ ਕਹਿੰਦੇ ਜੀ ਸਾਡੇ ਕੌਮ ਦੇ ਹੀਰੇ ਆ, ਇਹ ਸਾਡੇ ਕੌਮ ਦੇ ਵਧੀਆ ਬੁਲਾਰੇ ਆ। ਔਰ ਜਦੋਂ ਸਾਡੇ 'ਤੇ ਭੀੜ ਪਈ ਆ ਤੇ ਕਿਸੇ ਵੀ ਸਾਡੇ ਸਮਾਜ ਸੇਵੀ ਨੇ ਔਰ ਕਿਸੇ ਵੀ ਸਤਿਕਾਰਯੋਗ ਮਹਾਂਪੁਰਸ਼ ਨੇ ਸਾਡੀ ਕੋਈ ਸਹਾਇਤਾ ਨਹੀਂ ਕੀਤੀ, ਕਿਉਂਕਿ 10 ਗੁਰੂ ਸਾਹਿਬਾਨ ਹੋਏ ਆ ਮੈਡਮ ਜੀ, 10 ਗੁਰੂ ਸਾਹਿਬਾਨ ਹੋਏ ਆ। ਉਹਨਾਂ ਨੇ ਆਪਣੇ ਦਰਬਾਰੀ ਕਵੀ ਰੱਖੇ ਹੋਏ ਸੀ, ਕਿਉਂਕਿ ਉਹ ਗੁਰੂ ਮਹਾਰਾਜ ਦੀ ਔਰ ਰੱਬੀ ਬਾਣੀ ਦੀ ਉਪਮਾ ਕਰਨ ਔਰ ਵਧੀਆ ਮੈਟਰ ਲਿਖਣ ਔਰ ਲੋਕਾਂ ਤੱਕ ਗੁਰੂ ਰਵਿਦਾਸ ਮਹਾਰਾਜ ਜੀ ਜਾਂ ਕਿਸੇ ਵੀ ਮਹਾਂਪੁਰਸ਼ ਪੀਰ ਪੈਗੰਬਰ ਦਾ ਜਿਹੜਾ ਉਹ ਸੁਨੇਹਾ ਜਿਹੜਾ ਦੇਣ। ਪਰ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਹਜ਼ਾਰਾਂ ਹੀ ਡੇਰੇ ਆ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ, ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਜਿਹੜੇ ਇੰਨੇ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਜਿਹੜੇ ਡੇਰੇ ਬਣੇ ਆ। ਪਰ ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਜੇ 10 ਗੁਰੂ ਸਾਹਿਬਾਨਾਂ ਨੇ 52 ਕਵੀ ਜਿਹੜੇ ਉਹਨਾਂ ਨੇ ਰੱਖੇ ਹੋ ਸੀ, ਤੁਸੀਂ ਚੰਦ ਜਿਹੜੇ ਆ ਉਹ ਸ਼ਾਇਰ ਨਹੀਂ ਸਾਂਭ ਸਕਦੇ, ਕਿਉਂਕਿ ਇਹ ਤੁਹਾਡਾ ਵੀ ਫਰਜ਼ ਬਣਦਾ, ਜੇ ਸਾਡਾ ਫਰਜ਼ ਬਣਦਾ ਕਿ ਅਸੀਂ ਗੁਰੂ ਰਵਿਦਾਸ ਮਹਾਰਾਜ ਦੀ ਸੋਚ ਨੂੰ, ਬਾਬਾ ਸਾਹਿਬ ਡਾਕਟਰ BR ਅੰਬੇਡਕਰ ਦੀ ਸੋਚ ਨੂੰ ਜਨ ਤੱਕ ਪਹੁੰਚਾਈਏ। ਪਰ ਤੁਸੀਂ ਵੀ ਸਾਡਾ ਖਿਆਲ ਰੱਖੋ, ਅਸੀਂ ਇੱਧਰਲੇ ਪਾਸੇ ਹੁੰਦੇ ਆ ਔਰ ਤੁਸੀਂ ਸਾਡੇ ਬੱਚਿਆਂ ਦਾ ਖਿਆਲ ਰੱਖੋ, ਤਾਂ ਜੋ ਆਪਾਂ ਸਾਰੇ ਇਕੱਠੇ ਹੋ ਕੇ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਔਰ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦੇ ਮਿਸ਼ਨ ਨੂੰ ਮੰਜ਼ਿਲ ਤੱਕ ਲੈ ਕੇ ਜਾ ਸਕੀਏ। ਇਹੀ ਮੇਰੀ ਬੇਨਤੀ ਹੈ ਜੀ। ਸੋ ਸਰ ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਕਿਸੇ ਜਾਣਦੇ ਆ ਕਿ ਮਿਸ਼ਨ ਨੂੰ ਅੱਗੇ ਲਿਜਾਣ ਵਿੱਚ ਸਾਰੇ ਆਪਣਾ ਯੋਗਦਾਨ ਪਾ ਰਹੇ ਨੇ ਜੀ, ਪਰ ਅੱਜ ਦੇ ਸਮੇਂ ਵਿੱਚ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਹਰ ਇੱਕ ਇਨਸਾਨ ਉਹ ਜੋ ਕਹਿੰਦਾ ਹੈ ਕਿ ਅਸੀਂ ਅੰਬੇਡਕਰੀਆਂ, ਅਸੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲਿਜਾ ਰਹੇ ਹਾਂ, ਤਾਂ ਉਹ ਇੱਕ ਇਨਸਾਨ ਜੋ ਹੁੰਦਾ ਹੈ ਉਹ ਇਕੱਲਾ ਘਰੋਂ ਤੁਰਦਾ ਹੈ ਮਿਸ਼ਨ ਦੇ ਲਈ ਜੀ, ਤੇ ਇਕੱਲਾ ਘਰੋਂ ਤੁਰਦਾ। ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਅਸੀਂ ਗੱਲ ਕਰਦੇ ਹਾਂ ਸਟੇਜਾਂ 'ਤੇ ਖੜ੍ਹ ਕੇ ਅਸੀਂ ਇਹ ਗੱਲ ਬੋਲਦੇ ਹਾਂ ਕਿ ਰਹਿਬਰਾਂ ਦੇ ਮਿਸ਼ਨ ਨੂੰ ਅੱਗੇ ਲਿਜਾਉਣਾ ਤਾਂ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਪਵੇਗਾ, ਅਸੀਂ ਇਕੱਠੇ ਹੋ ਕੇ ਚੱਲੀਏ ਨਾ। ਪਰ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੀ ਵਾਈਫ ਨੂੰ, ਆਪਣੀ ਬੇਟੀ ਨੂੰ ਜਾਂ ਧੀ ਬੇਹਮਦੀ ਨਾ ਮਾਂ ਨੂੰ ਅਸੀਂ ਕਦੇ ਵੀ ਬਾਹਰ ਨਹੀਂ ਕੱਢਦੇ, ਪਰ ਅਸੀਂ ਸਟੇਜ 'ਤੇ ਖੜ੍ਹ ਕੇ ਇਹ ਬੋਲਦੇ ਹਾਂ ਕਿ ਆਪਣੇ ਬੱਚਿਆਂ ਨੂੰ ਬਾਹਰ ਕੱਢੋ, ਆਪਣੀ ਵਾਈਫ ਨੂੰ ਨਾਲ ਲੈ ਕੇ ਚੱਲੋ ਜਾਂ ਬੇਟੀਆਂ ਨੂੰ ਨਾਲ ਲੈ ਕੇ ਚੱਲੋ। ਕੀ ਇਹ ਗੱਲ ਅਸੀਂ ਆਪਣੇ 'ਤੇ ਨਹੀਂ ਅਪਣਾ ਸਕਦੇ ਹੈਗੇ? ਦੇਖੋ, ਮਿਸ਼ਨ ਦੀ ਗੱਲ ਜਿਹੜੀ ਆ, ਸਭ ਤੋਂ ਪਹਿਲਾਂ ਮਿਸ਼ਨ ਜਿਹੜਾ ਆਪਾਂ ਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਜੀ। ਜੇ ਆਪਣੇ ਘਰ ਦੇ ਵਿੱਚ ਹੀ ਮਿਸ਼ਨ ਨਹੀਂ ਤੇ ਆਪਾਂ ਮਿਸ਼ਨ ਦੀ ਗੱਲ ਕਰਨ ਦੇ ਵੀ ਅਧਿਕਾਰੀ ਨਹੀਂ, ਕਿਉਂਕਿ ਜੇ ਆਪਾਂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਪੜ੍ਹ ਲਈਏ, ਉਹਨੂੰ ਘੋਖੀਏ ਔਰ ਉਹ ਚੰਗੀ ਤਰ੍ਹਾਂ ਉਹਨੂੰ ਸਮਝੀਏ, ਤੇ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਿ ਮਾਤਾ ਪਿਤਾ ਦਾ ਸਤਿਕਾਰ ਕਰੋ। ਜੇ ਆਪਾਂ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦੇ ਤੇ ਗਾਹਾਂ ਸਾਡੇ ਬੱਚੇ ਜਿਹੜੇ ਆ ਉਹ ਸਾਡਾ ਸਤਿਕਾਰ ਨਹੀਂ ਕਰਨਗੇ। ਔਰ ਖਾਸ ਤੌਰ 'ਤੇ ਮੈਂ ਆਉਣ ਵਾਲੀ ਪੀੜ੍ਹੀ ਨੂੰ ਮੈਂ ਰੋਜ਼ ਸੋਸ਼ਲ ਮੀਡੀਆ 'ਤੇ ਦੇਖਦਾ, ਕਿਸੇ ਨੇ ਆਪਣੀ ਮਾਂ ਘਰੋਂ ਕੱਢ ਦਿੱਤੀ, ਕਿਸੇ ਨੇ ਆਪਣਾ ਬਾਪ ਘਰੋਂ ਕੱਢ ਦਿੱਤਾ, ਕੋਈ ਸੱਸ ਜਿਹੜੀ ਆ ਉਹ ਵਿਚਾਰੀ ਸਟੇਸ਼ਨਾਂ 'ਤੇ ਰੁਲਦੀ ਆ। ਕਿਉਂਕਿ ਮੈਂ ਬੇਨਤੀ ਕਰੂੰਗਾ, ਕਿਉਂਕਿ ਸੋਸ਼ਲ ਮੀਡੀਆ ਅੱਜ ਕੱਲ੍ਹ ਹੈਗਾ ਕਿ ਇਕੱਲੀ ਗੱਲ ਜੇ ਅੱਜ ਇੱਥੇ ਹੁੰਦੀ ਆ ਤੇ ਉਹ ਪੂਰੀ ਦੁਨੀਆ ਦੇ ਵਿੱਚ 2-4 ਮਿੰਟ ਦੇ ਵਿੱਚ ਚਲੇ ਜਾਂਦੀ ਹੈ। ਕਿਉਂਕਿ ਆਪਣੇ ਮਾਂ-ਬਾਪ ਦਾ ਸਤਿਕਾਰ ਕਰੋ, ਕਿਉਂਕਿ ਜੇ ਮਾਂ-ਬਾਪ ਦਾ ਸਤਿਕਾਰ ਕਰਾਂਗੇ, ਵੱਡਿਆਂ ਦਾ ਸਤਿਕਾਰ ਕਰਾਂਗੇ, ਬੱਚਿਆਂ ਨੂੰ ਪਿਆਰ ਕਰਾਂਗੇ ਤੇ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਆਪਾਂ ਤਾਂ ਪਿਆਰ ਕਰ ਸਕਦੇ ਹਾਂ। ਜੇ ਆਪਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਦੀ ਗੱਲ ਕਰੀਏ ਤੇ ਸਾਹਿਬ ਕਾਂਸ਼ੀ ਰਾਮ ਜੀ ਜਿੰਨਾ ਚਿਰ ਜੀਂਦੇ ਰਹੇ ਆ ਉਹਨਾਂ ਨੇ ਮਿਸ਼ਨ ਦੀ ਗੱਲ ਕੀਤੀ ਆ ਔਰ ਮਿਸ਼ਨ ਦੀ ਗੱਲ ਉਹਨਾਂ ਤੱਕ ਚੱਲਦੀ ਰਹੀ ਹੈ। ਔਰ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਆ ਔਰ ਮਿਸ਼ਨ ਦੇ ਵਿੱਚ ਵੀ ਕਾਫੀ ਰੁਕਾਵਟ ਜਿਹੜੀ ਆਈ ਹੈ, ਕਿਉਂਕਿ ਉਹ ਗੱਲ ਜਿਹੜੀ ਉਹਨਾਂ ਦੇ ਮਿਸ਼ਨ ਦੀ ਸੀ ਉਹ ਕਮਿਸ਼ਨ ਦੇ ਵਿੱਚ ਬਦਲ ਗਈ। ਔਰ ਕਈ ਲੀਡਰ ਮੈਂ ਦੇਖੇ ਆ ਕਿ ਕੌਡੀਆਂ ਦੇ ਭਾਅ ਤਾਂ ਮੈਂ ਕਹੂੰਗਾ ਕਿ ਉਹ ਵਿਕ ਜਾਂਦੇ ਆ, ਦੂਸਰੀਆਂ ਪਾਰਟੀਆਂ ਚੱਲ ਜਾਂਦੇ ਆ। ਪਰ ਜੇ ਮਿਸ਼ਨ ਦੀ ਗੱਲ ਕਰਨੀ ਹੈ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਗੱਲ ਆਪਾਂ ਕਰਨੀ ਹੈ ਤੇ ਆਪਣੇ ਸਮਾਜ ਵਿੱਚ ਰਹਿ ਕੇ ਕਰੀਏ, ਕਿਉਂਕਿ ਦੂਸਰਾ ਸਮਾਜ ਸਾਨੂੰ ਕੁਰਸੀਆਂ ਤਾਂ ਦੇ ਸਕਦਾ, ਦੂਸਰਾ ਸਮਾਜ ਜਿਹੜਾ ਉਹ ਸਾਨੂੰ ਕੁਰਸੀਆਂ ਦੇ ਸਕਦਾ, ਪਰ ਸਾਡੇ ਮੂੰਹ 'ਤੇ ਉਹਨਾਂ ਦੀ ਲਗਾਮ ਆ। ਅਸੀਂ ਆਪਣੇ ਸਮਾਜ ਲਈ ਬੋਲ ਨਹੀਂ ਸਕਦੇ ਕਿ ਸਾਡੇ ਸਮਾਜ ਨੂੰ ਆਹ ਦਿਓ, ਕਿਉਂਕਿ ਦੇਖੋ ਤੁਗਲਕਾਬਾਗ ਦੇ ਵਿੱਚ ਦਿੱਲੀ ਦੇ ਵਿੱਚ
ਸਰਕਾਰ ਨੇ ਗੁਰੂ ਰਵਿਦਾਸ ਮਹਾਰਾਜ ਦੇ ਮੰਦਿਰ ਦੀ ਬੇਅਦਬੀ ਕੀਤੀ ਆ, ਹੋਰ ਥਾਂ ਵੀ ਹੋ ਰਹੀ ਆ, ਪਰ ਸਾਡੇ ਐਮਪੀ ਕਿੰਨੇ ਆ, ਐਮਐਲਏ ਕਿੰਨੇ ਆ? ਕੋਈ ਵੀ ਇੱਕ ਐਮਐਲਏ ਜਾਂ ਐਮਪੀ ਗੁਰੂ ਰਵਿਦਾਸ ਮਹਾਰਾਜ ਦੇ ਮੰਦਿਰ ਬਾਰੇ ਨਹੀਂ ਬੋਲਿਆ, ਕਿਉਂਕਿ ਉਹਨਾਂ ਦੀਆਂ ਟਿਕਟਾਂ ਦੇ ਨਾਲ ਐਮਐਲਏ ਬਣ ਗਏ ਆ, ਐਮਪੀ ਬਣ ਗਏ ਆ, ਮਿਨਿਸਟਰ ਬਣ ਗਏ ਆ। ਪਰ ਅਫਸੋਸ ਦੀ ਗੱਲ ਆ ਕਿ ਉਹਨਾਂ ਦੀ ਜਿਹੜੀ ਲਗਾਮ ਆ ਉਹ ਮਨੂਵਾਦ ਦੇ ਹੱਥ ਵਿੱਚ ਸੀ, ਕਿਉਂਕਿ ਉਹ ਬੋਲ ਨਹੀਂ ਸੀ ਸਕਦੇ। ਜੇ ਬੋਲਦੇ ਆ ਉਹਨਾਂ ਦੀ ਕੁਰਸੀ ਨੂੰ ਖਤਰਾ ਆ। ਕਿਉਂਕਿ ਮੈਂ ਇਹ ਬੇਨਤੀ ਕਰੂੰਗਾ ਕਿ ਜਿੰਨੇ ਵੀ ਸਾਡੇ ਐਸਸੀ ਬੀਸੀ ਦੇ ਹੋਰ ਸਾਡੇ ਸਮਾਜ ਦੇ ਐਮਐਲਏ ਆ, ਐਮਪੀ ਆ, ਅੱਜ ਸਾਰੇ ਰਿਜ਼ਾਈਨ ਕਰ ਜਾਣ ਐਮਐਲਏ ਐਮਪੀ, ਤੇ ਸਰਕਾਰ ਜਿਹੜੀ ਮੂਧੇ ਪau ਡਿੱਗ ਪੈਣੀ। ਕਿਉਂਕਿ ਇਹ ਚਾਹੁੰਦੇ ਨਹੀਂ ਹੈਗੇ ਕਿ ਮਨੂਵਾਦ ਨਹੀਂ ਚਾਹੁੰਦਾ ਕਿ ਗੁਰੂ ਰਵਿਦਾਸ ਮਹਾਰਾਜ ਦੀ ਸੋਚ, ਬਾਬਾ ਸਾਹਿਬ ਡਾਕਟਰ BR ਅੰਬੇਡਕਰ ਦੀ ਸੋਚ ਜਿਹੜੀ ਆ ਅੱਗੇ ਜਾਵੇ। ਔਰ ਸਾਡਾ ਜਿੰਨਾ ਵੀ ਸਮਾਜ ਆ, ਪੜ੍ਹਿਆ ਲਿਖਿਆ ਸਮਾਜ ਆ, ਉਹਨੂੰ ਮੈਂ ਬੇਨਤੀ ਕਰੂੰਗਾ ਹੱਥ ਜੋੜ ਕੇ, ਜਿੰਨੇ ਵੀ ਐਮਐਲਏਜ਼ ਆ, ਐਮਪੀਜ਼ ਆ, ਉਹ ਗੁਰੂ ਰਵਿਦਾਸ ਮਹਾਰਾਜ ਦੀ ਸੋਚ ਤੇ ਪਹਿਰਾ ਦੇਣ। ਕਿਉਂਕਿ ਕੁਰਸੀ ਦਾ ਕੀ ਆ, ਐਮਐਲਏ ਦਾ ਕੀ, ਐਮਪੀ ਦਾ ਕੀ, ਕੱਲ੍ਹ ਨੂੰ ਵੀ ਬਣ ਸਕਦਾ ਬੰਦਾ। ਪਰ ਆਪਣੇ ਸਮਾਜ ਦੇ ਨਾਲ ਚੱਲੋ। ਜਿਹੜਾ ਆਪਣੇ ਸਮਾਜ ਦੀ ਗੱਲ ਨਹੀਂ ਕਰਦਾ, ਮੈਂ ਤੁਹਾਨੂੰ ਗਦਾਰ ਦਾ ਖਿਤਾਬ ਦੂੰਗਾ ਜੀ ਬਿਲਕੁਲ, ਕਿਉਂ ਕੌਮ ਦੇ ਨਾਲ ਗਦਾਰੀ ਕਰ ਰਹੇ। ਜੀ ਬਿਲਕੁਲ ਸਹੀ ਗੱਲ ਹੈ। ਸੋ ਅਸੀਂ ਇੱਕੋ ਗੱਲ ਕਹਾਂਗੇ ਕਿ ਹਮੇਸ਼ਾ ਬਹੁਜਨ ਜਿਹੜਾ ਸਾਡਾ ਸਮਾਜ ਹੈ, ਸਾਡੇ ਰਹਿਬਰਾਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਚੱਲਦੇ ਆ, ਉਹਨਾਂ ਦੇ ਨਾਲ ਚੱਲੋ, ਉਹਨਾਂ ਦਾ ਸਹਿਯੋਗ ਦਿਓ। ਕਿਉਂਕਿ ਇਕੱਲਾ ਇਨਸਾਨ ਕਦੇ ਵੀ ਉਸ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ ਜਿਸ ਮੰਜ਼ਿਲ ਤੱਕ ਬਾਬਾ ਸਾਹਿਬ ਸਾਨੂੰ ਪਹੁੰਚਾਉਣਾ ਚਾਹੁੰਦੇ ਸੀ। ਜੇਕਰ ਅਸੀਂ ਇਕੱਠੇ ਹੋ ਕੇ ਚੱਲਾਂਗੇ, ਇਕਜੁੱਟ ਹੋ ਕੇ ਚੱਲਾਂਗੇ, ਤਾਂ ਹੀ ਅਸੀਂ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਅੱਗੇ ਲਿਜਾ ਸਕਦੇ ਹਾਂ। ਜੋ ਉਹ ਚਾਹੁੰਦੇ ਸੀ ਅਸੀਂ ਉਹ ਕਰ ਸਕਦੇ ਹਾਂ। ਹਾਂਜੀ ਸਰ, ਤੁਸੀਂ ਸਾਨੂੰ ਇਹ ਗੱਲ ਦੱਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੀ ਕਲਮ ਦੇ ਰਾਹੀਂ ਜੋ ਆਪਣੇ ਦਰਸ਼ਕ ਹੈਗੇ ਨੇ ਜਾਂ ਸਾਡੇ ਰਹਿਬਰਾਂ ਦੇ ਮਿਸ਼ਨ ਲੈ ਕੇ ਅੱਗੇ ਚੱਲਦੇ ਨੇ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ ਮੈਡਮ ਜੀ, ਪਹਿਲਾਂ ਮੇਰੇ 2 ਗੀਤ ਸੰਗ੍ਰਹਿ ਆਏ ਆ, ਜਿਹਦੇ ਵਿੱਚ ਵੱਖ-ਵੱਖ ਕਵੀਆਂ ਨੇ ਆਪਣੇ ਆਪਣੇ ਗੀਤ ਜਿਹੜੇ ਆ ਉਹ ਦਰਜ ਕੀਤੇ ਆ। ਪਹਿਲਾ ਸਾਡਾ ਗੀਤ ਸੰਗ੍ਰਹਿ ਸੀਗਾ ਕ੍ਰਾਂਤੀਕਾਰੀ ਡਾਕਟਰ ਅੰਬੇਡਕਰ ਜੀ, ਉਹ ਦੂਸਰਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦੀਵਾ ਬਾਲ ਪੰਜਾਬੀ ਦਾ, ਉਹ ਸਾਡਾ ਕਾਵ ਸੰਗ੍ਰਹਿ ਸੀ ਜੀ। ਔਰ ਤੀਸਰੀ ਕਿਤਾਬ ਜਿਹੜੀ ਮੇਰੀ ਉਹ ਇਕੱਲੇ ਦੀ ਛਪ ਰਹੀ ਹੈ। ਔਰ ਮੇਰੇ ਸਤਿਕਾਰਯੋਗ ਭੈਣ ਜੀ ਇੰਗਲੈਂਡ ਤੋਂ ਸਤਿਆ ਮਹਿਮੀ ਜੀ, ਜੋ ਕਿ ਮੇਰਾ ਉਸ ਕਿਤਾਬ ਦੇ ਵਿੱਚ ਬੜਾ ਸਹਿਯੋਗ ਦੇ ਰਹੇ ਆ। ਔਰ ਸਾਰੇ ਮਹਾਨ ਮਹਾਂਪੁਰਸ਼ਾਂ ਦੇ, ਗੁਰੂ ਰਵਿਦਾਸ ਮਹਾਰਾਜ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ, ਨਾਮਦੇਵ ਮਹਾਰਾਜ ਜੀ, ਕਬੀਰ ਸਾਹਿਬ ਜੀ, ਸਦਨਾ ਜੀ, ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ, ਔਰ ਜਿੰਨੇ ਵੀ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਮੁੱਚੀ ਮਾਨਵਤਾ ਲਈ ਪਰਉਪਕਾਰ ਕੀਤੇ ਆ, ਮੈਂ ਸਾਰਿਆਂ ਦਾ ਸੰਗ੍ਰਹਿ ਜਿਹੜਾ ਇਕੱਠਾ ਕਰਕੇ ਤਕਰੀਬਨ 200-250 ਗੀਤ ਦਾ ਜਿਹੜਾ ਮਹਾਂਪੁਰਸ਼ਾਂ ਦਾ, ਉਹ ਬਹੁਤ ਜਲਦੀ ਕਿਤਾਬ ਜਿਹੜੀ ਆ ਉਹ ਲੈ ਕੇ ਆ ਰਹੇ ਹਾਂ। ਅਤੇ 2 ਕਿਤਾਬਾਂ ਹੋਰ ਜਿਹੜਾ ਸਾਡੇ ਸੰਗ੍ਰਹਿ ਆ, ਉਹ ਸਾਡੇ ਜਗਦੀਸ਼ ਰਾਣਾ ਜੀ, ਇੱਕ ਗੁਰਮੀਤ ਕੱਲਰ ਮਜਾਰੀ ਜੀ, ਸਾਡੇ ਪੁਰਾਣੇ ਮਿਸ਼ਨਰੀ ਸਾਥੀ ਜਿਹੜੇ ਕਿ ਬੜੇ ਚਿਰਾਂ ਤੋਂ ਲੱਗੇ ਹੋਏ ਆ ਇਸ ਮਿਸ਼ਨ ਦੇ ਲਈ, ਉਹ ਅਸੀਂ ਗੀਤ ਸੰਗ੍ਰਹਿ ਜਿਹੜਾ ਉਹ ਲੈ ਕੇ 2 ਉਹ ਹੋਵਾਂਗੇ। ਇੱਕ ਮੇਰੀ ਇਕੱਲੇ ਦੀ ਕਿਤਾਬ ਜਿਹੜੀ ਆ ਗੁਰੂ ਰਵਿਦਾਸ ਮਹਾਰਾਜ ਜੀ ਔਰ ਸਾਰੇ ਮਹਾਂਪੁਰਸ਼ਾਂ ਦਾ ਸੰਗ੍ਰਹਿ ਜਿਹੜਾ ਮੈਂ ਇਕੱਠਾ ਕਰਕੇ 200-250 ਗੀਤ ਦਾ, ਉਹ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਔਰ ਸਾਰੇ ਲੋਕਾਂ ਨੂੰ ਮੈਂ ਉਹ ਦਊਂਗਾ। ਅਤੇ ਮੈਂ ਚਾਹੁੰਦਾ ਕਿ ਉਹ ਬਹੁਤ ਜਲਦੀ ਜਿਹੜਾ ਉਹ ਮਾਰਕੀਟ ਦੇ ਵਿੱਚ ਆਉਣ ਵਾਲਾ ਜੀ। ਜੀ ਬਿਲਕੁਲ। ਸੋ ਸਰ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਤੁਸੀਂ ਆਪਣੀ ਕਲਮ ਤੋਂ ਲਿਖਿਆ ਕੋਈ ਗੀਤ ਸੁਣਾ ਤੇ ਗੀਤ ਤਾਂ ਵੈਸੇ ਮੇਰੇ 1200-1300 ਗੀਤ ਰਿਕਾਰਡ ਹੋਇਆ। ਅਤੇ ਮੈਂ ਤਾਂ ਇਹੀ ਕਹੂੰਗਾ ਕਿ ਕੁਦਰਤ ਦੀ ਹੋਂਦ ਵਿਗਾੜੋ ਨਾ, ਲੋਕੋ ਧੀਆਂ ਕੁੱਖ ਵਿੱਚ ਮਾਰੋ ਨਾ। ਕੁਦਰਤ ਦੀ ਹੋਂਦ ਵਿਗਾੜੋ ਨਾ, ਲੋਕੋ ਧੀਆਂ ਕੁੱਖ ਵਿੱਚ ਮਾਰੋ ਨਾ। ਕਿੱਥੋਂ ਜਨਮ ਲੈਣਾ ਅਵਤਾਰਾਂ ਨੇ, ਕਿੱਥੋਂ ਜਨਮ ਲੈਣਾ ਅਵਤਾਰਾਂ ਨੇ, ਨਹੀਂ ਰੱਬ ਦੀ ਅੱਖ ਵਿੱਚ ਰੜਕਾਂਗੇ। ਬੇਅਕਲੋ ਕੁਝ ਤਾਂ ਅਕਲ ਕਰੋ, ਨਹੀਂ ਧੀ ਦੇਖਣ ਨੂੰ ਤਰਸਾਂਗੇ। ਬੇਅਕਲੋ ਕੁਝ ਤਾਂ ਅਕਲ ਕਰੋ, ਨਹੀਂ ਧੀ ਦੇਖਣ ਨੂੰ ਤਰਸਾਂਗੇ, ਨਹੀਂ ਧੀ ਦੇਖਣ ਨੂੰ ਤਰਸਾਂਗੇ। ਜੈ ਭੀਮ, ਜੈ ਗੁਰਦੇਵ। ਇਸੇ ਤਰ੍ਹਾਂ ਅਸੀਂ ਤੁਹਾਨੂੰ ਫੇਰ ਮਿਲਾਂਗੇ ਇੱਕ ਵਾਰ ਦੁਬਾਰਾ ਤੋਂ। ਜਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਜੈ ਭੀਮ, ਜੈ ਭਾਰਤ। ਤੇ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ ਵਿੱਚ। ਧੰਨਵਾਦ ਜੀ। ਮੈਂ ਫੇਰ ਦੁਬਾਰਾ ਕ੍ਰਾਂਤੀ TV ਦੀ ਸਾਰੀ ਟੀਮ ਦਾ ਸਤਿਕਾਰਯੋਗ ਛਿੰਦਾ ਕੌਲਧਾਰ ਜੀ ਔਰ ਤੁਹਾਡਾ ਮੈਡਮ ਜੀ ਔਰ ਮੇਰੇ ਸਤਿਕਾਰਯੋਗ ਵੀਰ ਜੀ ਔਰ ਜਿੰਨੇ ਵੀ ਮੇਰੇ ਸਤਿਕਾਰਯੋਗ ਸਾਥੀ ਆਏ ਆ, ਮੈਂ ਸਾਰਿਆਂ ਨੂੰ ਫੇਰ ਆਖਰੇ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦੀ ਸੋਚ 'ਤੇ ਆਪਾਂ ਚੱਲਣਾ ਆ ਔਰ ਧੀਆਂ ਦਾ ਸਤਿਕਾਰ ਕਰਨਾ, ਕਿਉਂਕਿ ਇਹ ਧੀਆਂ ਦਾ ਪ੍ਰੋਗਰਾਮ ਜਿਹੜਾ ਕੌਲਧਾਰ ਸਾਹਿਬ ਨੇ ਜਿਹੜਾ ਲਿਖਿਆ, ਇਹ ਦੁਬਾਰਾ ਸ਼ੁਰੂ ਹੋਇਆ। ਮੈਂ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ।